ਹੈਲੋ ਸਟੂਡੈਂਟਸ, ਅੱਜ ਆਪਣਾ ਸੈਕਿੰਡ ਡੇ ਹੈ ਜੀਐਸ ਦੇ PYQs ਡਿਸਕਸ਼ਨ ਦਾ। ਅੱਜ ਸ਼ੁਰੂ ਕਰਦੇ ਹਾਂ ਆਪਾਂ। ਫਸਟ ਕੁਐਸਚਨ ਆਪਣੇ ਕੋਲ ਆ ਗਿਆ, ਕਹਿੰਦੇ ਕਿ ਪੰਚਾਇਤੀ ਰਾਜ ਸਿਸਟਮ ਇਜ਼ ਬੇਸਡ ਔਨ ਪ੍ਰੈਜ਼ੀਡੈਂਸ਼ੀਅਲ ਫਾਰਮ, ਡਾਇਰੈਕਸ਼ਨ ਆਫ ਸਟੇਟ ਚੀਫ ਮਿਨਿਸਟਰ, ਸੈਂਟਰਲਾਈਜੇਸ਼ਨ ਆਫ ਪਾਵਰ, ਡੀਸੈਂਟਰਲਾਈਜੇਸ਼ਨ ਆਫ ਪਾਵਰ। ਹੁਣ ਦੇਖੋ, ਇਹਦਾ ਜਿਹੜਾ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੁੰਦਾ, ਇਹ ਆਪਣੇ ਜਿਹੜਾ ਮਾਡਲ ਦੇਖਿਆ ਜਾਂਦਾ USA ਦੇ ਵਿੱਚ ਦੇਖਿਆ ਜਾਂਦਾ। ਇਹਦੇ ਵਿੱਚ ਕੀ ਹੁੰਦਾ, ਜਿਹੜੇ ਪ੍ਰਾਈਮ ਮਿਨਿਸਟਰ ਜਿੱਦਾਂ ਉਹਨਾਂ ਦਾ ਪ੍ਰੈਜ਼ੀਡੈਂਟ ਹੁੰਦਾ, ਜਿਹੜਾ ਕਿ ਪ੍ਰਾਈਮ ਮਿਨਿਸਟਰ ਦਾ ਰੋਲ ਪਲੇ ਕਰਦਾ। ਜਿਵੇਂ ਕਿ ਇੰਡੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਹੁੰਦਾ, ਉੱਥੇ ਉਹ ਪ੍ਰੈਜ਼ੀਡੈਂਟ ਹੁੰਦਾ ਅਮਰੀਕਾ ਦੇ ਵਿੱਚ। ਤੇ ਉੱਥੇ ਪ੍ਰੈਜ਼ੀਡੈਂਟ ਦਾ ਆਪਣਾ ਕੈਬੀਨੇਟ ਹੁੰਦਾ, ਉਹਨੂੰ ਕੋਈ ਹਾਊਸ ਨੂੰ ਜਵਾਬ ਨਹੀਂ ਦੇਣਾ ਪੈਂਦਾ ਕਿਸੇ ਵੀ ਚੀਜ਼ ਲਈ। ਜਦ ਕਿ ਆਪਣੇ ਇੰਡੀਆ ਦੇ ਵਿੱਚ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ, ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਤੇ ਉਹਦੇ ਕਾਊਂਸਲ ਆਫ ਮਿਨਿਸਟਰਸ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਕੈਬਨਿਟ ਮਿਨਿਸਟਰਸ ਵੀ ਕਹਿ ਦਿੰਦੇ ਹਾਂ। ਉਹਨਾਂ ਨੂੰ ਜਵਾਬ ਦੇਣਾ ਪੈਂਦਾ ਹੈ ਲੋਕ ਸਭਾ ਦੇ ਵਿੱਚ। ਲੋਕ ਸਭਾ ਦੇ ਵਿੱਚ ਉਹਨਾਂ ਨੂੰ ਦੱਸਣਾ ਪੈਂਦਾ ਕਿ ਉਹਨਾਂ ਦੇ ਇਹ ਐਕਸ਼ਨਸ ਕਿਸ ਚੀਜ਼ ਲਈ ਲਏ ਗਏ ਸੀ। ਤੇ ਸੈਂਟਰਲਾਈਜੇਸ਼ਨ ਆਫ ਪਾਵਰ ਦਾ ਆਪਣੇ ਕੋਲ ਮਤਲਬ ਹੋਊਗਾ ਕਿ ਸਾਰੀ ਪਾਵਰ ਇੱਕੋ ਹੀ ਗਵਰਨਮੈਂਟ ਦੇ ਹੱਥ ਹੈ। ਜੇ ਸਾਰਾ ਸਿਸਟਮ ਆਪਣਾ ਇੱਕੋ ਹੀ, ਜਿਵੇਂ ਕਿ PM ਮੋਦੀ ਹੀ ਜੇ ਆਪਣਾ ਸਾਰਾ ਸਿਸਟਮ ਚਲਾ ਰਹੇ ਹੁੰਦੇ ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ, ਸੈਂਟਰਲਾਈਜੇਸ਼ਨ ਆਫ ਪਾਵਰ। ਬਟ ਆਪਣੇ ਇੰਡੀਆ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਇੰਡੀਆ ਦਾ ਇੱਕ ਪ੍ਰਾਈਮ ਮਿਨਿਸਟਰ ਹੈ, ਉਸ ਤੋਂ ਬਾਅਦ ਹਰ ਇੱਕ ਸਟੇਟ ਦਾ ਆਪਣਾ ਆਪਣਾ CM ਹੈ, ਉਸ ਤੋਂ ਬਾਅਦ ਪੰਚਾਇਤ ਵੀ ਹੈ ਤੇ ਮਿਊਨਿਸਪਲ ਕਮੇਟੀਜ਼ ਵੀ ਨੇ। ਤਾਂ ਜਿਹੜਾ ਇਹ ਸਿਸਟਮ ਹੈ ਆਪਣਾ 3 ਟਾਇਰ ਸਿਸਟਮ ਚੱਲਦਾ ਹੈ। ਤੇ ਇਹ 3 ਟਾਇਰ ਸਿਸਟਮ ਜਿਹੜਾ ਆਪਣਾ ਹੈ, ਤੇ ਇਹਨੂੰ ਆਪਾਂ ਕਹਿੰਦੇ ਆ ਡੀਸੈਂਟਰਲਾਈਜੇਸ਼ਨ ਆਫ ਪਾਵਰਸ। ਤੇ ਪੰਚਾਇਤੀ ਰਾਜ ਸਿਸਟਮ ਤੇ ਜਿਹੜਾ ਮਿਊਨਿਸਪਲ ਕਮੇਟੀਜ਼, ਇਹ ਆਪਾਂ ਐਡ ਹੀ ਤਾਂ ਕੀਤੇ ਸੀ ਡੀਸੈਂਟਰਲਾਈਜੇਸ਼ਨ ਆਫ ਪਾਵਰ ਕਰਨ ਲਈ। ਨੈਕਸਟ ਚੱਲਦੇ ਹਾਂ ਆਪਾਂ। ਨੈਕਸਟ ਕੁਐਸਚਨ ਆਪਣਾ ਹੈਗਾ, ਟੋਟਲ ਨੰਬਰ ਆਫ ਮਿਨਿਸਟਰਸ ਇਨਕਲੂਡਿੰਗ PM ਇਨ ਕਾਊਂਸਲ ਆਫ ਮਿਨਿਸਟਰਸ ਸ਼ੈਲ ਨਾਟ ਐਕਸੀਡ। ਹੁਣ ਇਹ ਦੇਖੋ, ਜਿਹੜੇ ਆਪਣੇ ਕਹਿੰਦੇ ਕਿ ਜਿਵੇਂ ਹੁਣ ਆਪਣੇ ਇੱਕ ਲੋਕ ਸਭਾ ਹੈ ਹਨਾ, ਲੋਕ ਸਭਾ ਦੇ ਵਿੱਚ ਆਪਣੇ ਕੋਲ ਕਿੰਨੇ ਮੈਂਬਰਸ ਹੋ ਸਕਦੇ ਨੇ, ਮੈਕਸਿਮਮ ਲਿਮਿਟ ਦੱਸੀ ਹੋਈ ਹੈ 552 ਟੋਟਲ ਜਿਹੜੀ ਮੈਂਬਰਸ਼ਿਪ ਹੋ ਸਕਦੀ ਹੈ। ਹੁਣ ਇਹਦੇ ਵਿੱਚੋਂ ਸਿਰਫ 15% ਜਿਹੜੇ ਲੋਕ ਹੋਣਗੇ ਉਹ ਕੀ ਹੋ ਸਕਦੇ ਨੇ, ਕਾਊਂਸਲ ਆਫ ਮਿਨਿਸਟਰਸ ਪਲੱਸ PM। ਹਮੇਸ਼ਾ ਯਾਦ ਰੱਖਣਾ ਇਨਕਲੂਡਿੰਗ PM, ਮਤਲਬ ਕਿ 15% ਤੋਂ ਜ਼ਿਆਦਾ PM ਤੇ ਕਾਊਂਸਲ ਆਫ ਮਿਨਿਸਟਰਸ ਨਹੀਂ ਹੋ ਸਕਦੇ ਲੋਕ ਸਭਾ ਦੀ ਜਿਹੜੀ ਆਪਣੀ ਸਟਰੈਂਥ ਤੋਂ। ਜੇ ਤੁਹਾਨੂੰ ਕੋਈ ਪੁੱਛੇ ਕਿ 15% ਆਫ, ਤਾਂ 15% ਆਫ ਲੋਕ ਸਭਾ ਸਟਰੈਂਥ, ਠੀਕ ਹੈ। ਤਾਂ ਇਹਦਾ ਆਨਸਰ ਕੀ ਹੋ ਜਾਊਗਾ ਆਪਣੇ ਕੋਲ 15%। ਨੈਕਸਟ ਤੇ ਚੱਲਦੇ ਆਪਾਂ। ਨੈਕਸਟ ਕੁਐਸਚਨ ਆਪਾਂ ਨੂੰ ਪੁੱਛ ਰਹੇ ਨੇ, SC ਹੈਜ਼ ਡਿਕਲੇਅਰਡ ਰਾਈਟ ਟੂ ਪ੍ਰਾਈਵੇਸੀ ਐਜ਼ ਫੰਡਾਮੈਂਟਲ ਰਾਈਟ ਅੰਡਰ ਵਿਚ ਆਰਟੀਕਲ ਆਫ ਕੌਂਸਟੀਟਿਊਸ਼ਨ। ਹੁਣ ਦੇਖੋ, ਜਿਹੜੀ ਰਾਈਟ ਟੂ ਪ੍ਰਾਈਵੇਸੀ ਹੈ, ਰਾਈਟ ਟੂ ਫੂਡ ਹੈ, ਰਾਈਟ ਟੂ ਵਰਕ ਹੈ, ਇਹ ਸਾਰੇ ਜਿਹੜੇ ਆਰਟੀਕਲਸ ਨੇ ਆਪਾਂ ਅੰਡਰ ਆਰਟੀਕਲ 21 ਐਡ ਕਰਦੇ ਆ। ਇਹ ਜਿਹੜਾ ਆਰਟੀਕਲ 21 ਹੈ, ਇਹ ਐਕਚੁਅਲੀ ਰਾਈਟ ਟੂ ਲਾਈਫ ਹੈ। ਹੁਣ ਰਾਈਟ ਟੂ ਲਾਈਫ ਦੇ ਵਿੱਚ ਆਪਾਂ ਨੂੰ ਪ੍ਰਾਈਵੇਸੀ ਵੀ ਚਾਹੀਦੀ ਹੈ, ਆਪਾਂ ਨੂੰ ਫੂਡ ਵੀ ਚਾਹੀਦਾ ਹੈ, ਵਰਕ ਵੀ ਚਾਹੀਦਾ ਹੈ, ਆਪਣੀ ਮੈਂਟਲ ਸਟੇਬਿਲਿਟੀ ਵੀ ਚਾਹੀਦੀ ਹੈ, ਆਪਾਂ ਨੂੰ ਬਹੁਤ ਕੁਛ ਜਿਹੜਾ ਰਾਈਟ ਟੂ ਲਾਈਫ ਦੇ ਵਿੱਚ ਅੰਦਰ ਇਨਕਲੂਡਡ ਹੈ। ਆ ਰਾਈਟ ਟੂ ਲਾਈਫ ਇੱਕ ਅੰਬਰੇਲਾ ਹੈ, ਇਹਦੇ ਅੰਦਰ ਬਹੁਤ ਸਾਰੀਆਂ ਜਿਹੜੀਆਂ ਬ੍ਰਾਂਚਿਸ ਆ ਜਾਂਦੀਆਂ ਨੇ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਆਪਾਂ। ਨੈਕਸਟ ਕੁਐਸਚਨ ਕਹਿ ਰਹੇ ਨੇ, ਆਰਟੀਕਲ 39A ਇਨ DPSPs ਡੀਲ ਵਿਦ ਵਿਚ ਆਫ ਦੀ ਫੋਲੋਇੰਗ ਪ੍ਰੋਵੀਜ਼ਨ। ਹੁਣ ਇਹ ਦੇਖੋ, ਜਿਹੜਾ ਆਰਟੀਕਲ 39A ਹੈ, ਇਹ ਆਪਣਾ ਬਾਅਦ ਵਿੱਚ ਅਮੈਂਡਮੈਂਟ ਨਾਲ 42nd ਅਮੈਂਡਮੈਂਟ ਨਾਲ ਐਡ ਕੀਤਾ ਗਿਆ ਸੀ। ਇਹ ਕੀ ਕਹਿੰਦਾ, ਟੂ ਪ੍ਰਮੋਟ ਇਕੁਅਲ ਜਸਟਿਸ ਐਂਡ ਪ੍ਰੋਵਾਈਡ ਫ੍ਰੀ ਲੀਗਲ ਏਡ ਟੂ ਪੂਅਰ। ਇਹਦਾ ਕਾਫੀ ਲੋਕ ਫਾਇਦਾ ਵੀ ਲੈਂਦੇ ਨੇ। ਜਿਵੇਂ ਕਿ ਕਿਸੇ ਕੋਲ ਵਕੀਲ ਕਰਨ ਦੇ ਪੈਸੇ ਨਹੀਂ ਹੈਗੇ, ਤਾਂ ਸਰਕਾਰੀ ਵਕੀਲ ਉਹਨੂੰ ਮਿਲਦਾ, ਉਹਨੂੰ ਹੀ ਆਪਾਂ ਕਹਿੰਦੇ ਆ ਫ੍ਰੀ ਲੀਗਲ ਏਡ। ਤੇ ਇਹ ਆਰਟੀਕਲ 39A DPSPs ਦੇ ਵਿੱਚ ਐਡ ਕੀਤਾ ਗਿਆ ਸੀ ਬਾਈ 42nd ਕੈਟੇਗਰੀ ਆਫ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਆਪਾਂ। ਨੈਕਸਟ ਕੁਐਸਚਨ ਕੀ ਹੈ ਆਪਣੇ ਕੋਲ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਅ ਕੈਟੇਗਰੀ ਆਫ DPSPs। ਹੁਣ ਦੇਖੋ, ਜਿਹੜਾ ਕੌਂਸਟੀਟਿਊਸ਼ਨ ਹੈ ਉਹਦੇ ਵਿੱਚ ਕੈਟੇਗਰਾਈਜ਼ ਨਹੀਂ ਕੀਤਾ ਗਿਆ DPSPs ਨੂੰ। DPSPs ਕੀ ਹੁੰਦੇ ਨੇ, ਕੁਝ ਡਾਇਰੈਕਟਿਵਸ ਹੁੰਦੇ ਨੇ ਸਟੇਟ ਨੂੰ, ਜਿਹਦੇ ਅਕੋਰਡਿੰਗ ਉਹਨਾਂ ਨੇ ਆਪਣੀਆਂ ਪੋਲਿਸੀਜ਼ ਨੂੰ ਫਾਰਮ ਕਰਨਾ ਹੁੰਦਾ। ਇਹ ਐਕਚੁਅਲੀ ਫੰਡਾਮੈਂਟਲ ਰਾਈਟਸ ਦੇ ਹੀ ਇੱਕ ਤਰ੍ਹਾਂ ਦੇ ਨੇ, ਕਿਉਂਕਿ ਸਰਕਾਰ ਕੋਲ ਇੰਨੇ ਪੈਸੇ ਨਹੀਂ ਸੀ ਕਿ ਉਹ DPS
GPSPs ਵੀ ਪੂਰੇ ਫੁੱਲਫਿਲ ਕਰ ਸਕੇ। ਤਾਂ ਕਰਕੇ ਕਨਸਟੀਟਿਊਸ਼ਨ ਦੇ ਵਿੱਚ ਇਹ ਡਾਇਰੈਕਸ਼ਨਸ ਐਡ ਕਰਤੀਆਂ ਗਈਆਂ ਕਿ ਤੁਸੀਂ ਪੋਲਿਸੀਜ਼ ਬਣਾਉਣ ਵੇਲੇ ਕੋਸ਼ਿਸ਼ ਕਰੋ ਕਿ ਇਹ ਸਭ ਜਿਹੜੇ ਕਲੌਜ਼ਿਸ ਨੇ ਉਹਨਾਂ ਨੂੰ ਵੀ ਐਡ ਕੀਤਾ ਜਾਵੇ। ਇਹਦੀ ਆਪਾਂ ਨੇ ਆਪਣੀ ਸਮਝ ਨਾਲ ਇਹਨੂੰ ਡਿਵਾਈਡ ਕਰ ਲਿਆ, ਜਿਵੇਂ ਕਿ ਗਾਂਧੀਅਨ 'ਚ ਕਰ ਲਿਆ, ਸੋਸ਼ਲਿਸਟ 'ਚ ਕਰ ਲਿਆ, ਇੰਟੈਲੈਕਚੁਅਲ ਲਿਬਰਲ ਇੰਟੈਲੈਕਚੁਅਲ ਪ੍ਰਿੰਸੀਪਲਸ 'ਚ ਕਰ ਲਿਆ। ਫਰੀडम ਪ੍ਰਿੰਸੀਪਲਸ ਜਿਹੜਾ ਇਹਦਾ ਆਨਸਰ ਹੈ, ਇਹਦੀ ਕੋਈ ਕੈਟੇਗਰੀ ਨਹੀਂ ਹੈ। ਫਰੀडम ਪ੍ਰਿੰਸੀਪਲਸ GPSPs ਦੀ ਕੋਈ ਕੈਟੇਗਰੀ ਨਹੀਂ ਹੈ, ਸਿਰਫ 3 ਕੈਟੇਗਰੀਜ਼ ਦੇ ਵਿੱਚ ਆਪਾਂ ਆਪਣੀ ਸਮਝ ਦੇ ਅਕੋਰਡਿੰਗ ਡਿਵਾਈਡ ਕਰ ਲਿਆ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਆਪਾਂ। ਨੈਕਸਟ ਕੁਐਸਚਨ ਕਹਿ ਰਹੇ ਨੇ ਵਟ ਇਜ਼ ਦੀ ਮਿਨੀਮਮ ਏਜ ਟੂ ਕੰਟੈਸਟ ਫॉर ਦੀ ਪੋਸਟ ਆਫ ਪ੍ਰੈਜ਼ੀਡੈਂਟ ਇਨ ਇੰਡੀਆ। ਹੁਣ ਦੇਖੋ ਆਪਣੇ ਕੋਲ ਆਰਟੀਕਲ 58 ਹੈ। ਆਰਟੀਕਲ 58 ਆਪਾਂ ਨੂੰ ਦੱਸਦਾ ਕੁਆਲੀਫਿਕੇਸ਼ਨ ਆਫ ਪਰਸਨ ਟੂ ਬੀ ਪ੍ਰੈਜ਼ੀਡੈਂਟ। ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਏਜ ਸ਼ੁੱਡ ਬੀ 35, ਨॉट ਇਹ ਤੋਂ ਲੈਸ ਦੈਨ ਨਹੀਂ ਹੋਣੀ ਚਾਹੀਦੀ, ਮੈਕਸਿਮਮ ਜਿੰਨੀ ਮਰਜ਼ੀ ਹੋ ਸਕਦੀ ਹੈ। 35 ਮਿਨੀਮਮ ਏਜ ਹੈ ਪ੍ਰੈਜ਼ੀਡੈਂਟ ਦੀਆਂ ਇਲੈਕਸ਼ਨਸ ਦੇ ਵਿੱਚ ਖੜਾ ਹੋਣ ਲਈ। ਨੈਕਸਟ ਕੁਐਸਚਨ ਦੇ ਵਿੱਚ ਕਿਆ ਪੁੱਛ ਰਹੇ ਨੇ ਵਿਚ ਆਫ ਦੀ ਫੋਲੋਇੰਗ ਆਰਟੀਕਲ ਸੇ ਦੈਟ ਇੰਡੀਆ ਸ਼ੈਲ ਹੈਵ ਵਾਈਸ ਪ੍ਰੈਜ਼ੀਡੈਂਟ। ਹੁਣ ਦੇਖੋ ਜਿਹੜਾ ਆਰਟੀਕਲ 61 ਹੈ ਇਹ ਕੀ ਕਹਿੰਦਾ, ਇਹ ਇੰਪੀਚਮੈਂਟ ਦੱਸਦਾ ਆਪਾਂ ਨੂੰ। ਇੰਪੀਚਮੈਂਟ ਕਿਹਦੀ? ਪ੍ਰੈਜ਼ੀਡੈਂਟ ਦੀ। ਉਸ ਤੋਂ ਬਾਅਦ ਜਿਹੜਾ ਆਪਣਾ 62 ਹੈ ਇਹ ਆਪਾਂ ਨੂੰ ਦੱਸਦਾ ਕਿ ਪ੍ਰੈਜ਼ੀਡੈਂਟ ਦੀਆਂ ਇਲੈਕਸ਼ਨਸ ਕਿੰਨੇ ਟਾਈਮ ਤੱਕ ਹੋਲਡ ਕੀਤੀਆਂ ਜਾ ਸਕਦੀਆਂ ਨੇ, ਕਿ ਟਾਈਮ ਪੀਰੀਅਡ ਟੂ ਹੋਲਡ ਵੈਕੈਂਸੀ ਜੇ ਆ ਗਈ ਹੈ ਪ੍ਰੈਜ਼ੀਡੈਂਟ ਦੀ ਪੋਸਟ ਦੇ ਵਿੱਚ ਤਾਂ ਉਹਨੂੰ ਕਦੋਂ ਹੋਲਡ ਕਰਨਾ ਹੈ। ਤਾਂ ਆਨਸਰ 63 ਆ ਜਾਊਗਾ। ਆਰਟੀਕਲ 63 ਕਹਿੰਦਾ ਕਿ ਦੇਅਰ ਸ਼ੈਲ ਬੀ ਅ ਵਾਈਸ ਪ੍ਰੈਜ਼ੀਡੈਂਟ ਫॉर ਇੰਡੀਆ। ਤੇ ਆਰਟੀਕਲ 64 ਕੀ ਕਹਿੰਦਾ ਹੈ? ਆਰਟੀਕਲ 64 ਕਹਿੰਦਾ ਕਿ ਵਾਈਸ ਪ੍ਰੈਜ਼ੀਡੈਂਟ ਜਿਹੜਾ ਹੈ ਇਹ ਐਕਸ ਓਫੀਸ਼ੀਓ ਚੇਅਰਮੈਨ ਹੋਊਗਾ ਕਾਹਦਾ? ਰਾਜ ਸਭਾ ਦਾ, ਜਾਂ ਫਿਰ ਇਹਨੂੰ ਆਪਾਂ ਕਾਉਂਸਲ ਆਫ ਸਟੇਟਸ ਵੀ ਕਹਿ ਦਿੰਦੇ ਆ। 64 ਆਰਟੀਕਲ ਜਿਹੜਾ ਕਹਿੰਦਾ, ਇਹ ਵੈਰੀ ਇੰਪੋਰਟੈਂਟ ਆਰਟੀਕਲ ਹੈ 64 ਵੀ। ਇਹ ਦੱਸਦਾ ਕਿ ਐਕਸ ਓਫੀਸ਼ੀਓ ਚੇਅਰਮੈਨ ਹੋਊਗਾ ਰਾਜ ਸਭਾ ਦਾ, ਵਾਈਸ ਪ੍ਰੈਜ਼ੀਡੈਂਟ ਹੀ। ਨੈਕਸਟ ਕੁਐਸਚਨ ਹੂ ਅਪॉइंट्स ਦੀ ਮੈਂਬਰਸ ਆਫ ਇਲੈਕਸ਼ਨ ਕਮਿਸ਼ਨ। ਇਲੈਕਸ਼ਨ ਕਮਿਸ਼ਨ ਦੇ ਜਿਹੜੇ ਮੈਂਬਰਸ ਨੇ, ਕੱਲ ਆਪਾਂ ਡਿਸਕਸ ਕੀਤਾ ਚੀਫ ਇਲੈਕਸ਼ਨ ਕਮਿਸ਼ਨ ਨੂੰ ਕੌਣ ਅਪॉइंट ਕਰਦਾ, ਅੱਜ ਆਪਾਂ ਡਿਸਕਸ ਕਰ ਰਹੇ ਮੈਂਬਰ ਆਫ ਇਲੈਕਸ਼ਨ ਕਮਿਸ਼ਨ। ਹੁਣ ਦੇਖੋ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਵੀ ਪ੍ਰੈਜ਼ੀਡੈਂਟ ਹੀ ਅਪॉइंट ਕਰੂਗਾ ਤੇ ਮੈਂਬਰ ਆਫ ਇਲੈਕਸ਼ਨ ਕਮਿਸ਼ਨ ਨੂੰ ਵੀ ਪ੍ਰੈਜ਼ੀਡੈਂਟ ਹੀ ਅਪॉइंट ਕਰੂਗਾ। ਨੈਕਸਟ ਚੱਲਦੇ ਹਾਂ ਆਪਾਂ। ਨੈਕਸਟ ਆਪਣੇ ਕੋਲ ਪੁੱਛ ਰਹੇ ਨੇ ਵਿਚ ਅਮੰਗ ਦੀ ਫੋਲੋਇੰਗ ਇਜ਼ ਨॉट ਪ੍ਰਿੰਸੀਪਲ ਆਫ ਡੈਮੋਕ੍ਰੇਸੀ। ਹੁਣ ਬੱਚੇ ਉਰੇ ਆਪਾਂ ਨੂੰ ਡੈਮੋਕ੍ਰੇਸੀ ਸਮਝਣਾ ਪਊਗਾ। ਡੈਮੋਕ੍ਰੇਸੀ ਹੁੰਦਾ ਕੀ ਹੈ? ਡੈਮੋਕ੍ਰੇਸੀ ਹੁੰਦਾ ਲੋਕਾਂ ਦੁਆਰਾ, ਲੋਕਾਂ ਵਿੱਚੋਂ ਚੁਣੀ ਗਈ ਜਿਹੜੀ ਲੋਕਾਂ ਲਈ ਸਰਕਾਰ, ਉਹਨੂੰ ਆਪਾਂ ਕੀ ਕਹਿੰਦੇ ਆ? ਡੈਮੋਕ੍ਰੇਸੀ। ਹੁਣ ਦੇਖੋ ਡੈਮੋਕ੍ਰੇਸੀ ਗਵਰਨਮੈਂਟ ਆਫ ਕੰਸੈਂਟ, ਇਹਦਾ ਮਤਲਬ ਕੰਸੈਂਟ ਦਾ ਮਤਲਬ ਤਾਂ ਕੀ ਹੋ ਗਿਆ? ਪਬਲਿਕ ਤੋਂ ਪੁੱਛ ਕੇ ਸਰਕਾਰ ਬਣਾਈ ਹੈ ਤਾਂ ਬਿਲਕੁਲ ਡੈਮੋਕ੍ਰੇਸੀ ਹੈ। ਮੈਜੋਰਿਟੀ ਰੂਲ ਮਤਲਬ ਕਿ ਜਿਹੜੇ ਲੋਕ ਮੈਜੋਰਿਟੀ 'ਚ ਨੇ ਉਹਨਾਂ ਦਾ ਰੂਲ ਚੱਲੂਗਾ, ਉਹਨਾਂ ਨੇ ਜਿਹੜੀ ਸਰਕਾਰ ਬਣਾਉਣੀ ਹੈ ਉਹੀ ਬਣੂਗੀ, ਇਹ ਵੀ ਬਿਲਕੁਲ ਸਹੀ ਡੈਮੋਕ੍ਰੇਸੀ ਹੈ। ਕਨਸਟੀਟਿਊਸ਼ਨਲ ਗਵਰਨਮੈਂਟ ਐਂਡ ਰੂਲ ਆਫ ਲਾਅ, ਇਹ ਵੀ ਬਿਲਕੁਲ ਸਹੀ ਡੈਮੋਕ੍ਰੇਸੀ ਹੈ ਕਿ ਜਿਹੜਾ ਗਵਰਨਮੈਂਟ ਕਨਸਟੀਟਿਊਸ਼ਨ ਦੇ ਅੰਦਰ ਹੀ ਬਣੂਗੀ, ਜਿਵੇਂ ਕਨਸਟੀਟਿਊਸ਼ਨ ਦੇ ਵਿੱਚ ਲਾਅ ਵਗੈਰਾ ਬਣਿਆ ਜਾਂ ਰੂਲ ਆਫ ਲਾਅ ਹੈ ਜਿਹੜਾ। ਨੋ ਅਕਾਊਂਟੇਬਿਲਿਟੀ, ਇਹ ਬਿਲਕੁਲ ਡੈਮੋਕ੍ਰੇਸੀ ਦੇ ਖਿਲਾਫ ਹੈ। ਡੈਮੋਕ੍ਰੇਸੀ ਲਈ ਹੋਣਾ ਚਾਹੀਦਾ ਕਿ ਅਕਾਊਂਟੇਬਿਲਿਟੀ। ਨੈਕਸਟ ਚੱਲਦੇ ਹਾਂ। ਨੈਕਸਟ ਆਪਣੇ ਕੋਲ ਆ ਗਿਆ ਇਫ ਦੀ ਪ੍ਰੈਜ਼ੀਡੈਂਟ ਵਿਸ਼ਿਸ ਟੂ ਰਿਜ਼ਾਈਨ ਟੂ ਹੂਮ ਇਜ਼ ਹੀ ਟੂ ਐਡਰੈਸ ਹਿਜ਼ ਰੈਜ਼ਿਗਨੇਸ਼ਨ ਲੈਟਰ। ਹੁਣ ਦੇਖੋ ਜੇ ਪ੍ਰੈਜ਼ੀਡੈਂਟ ਨੇ ਰਿਜ਼ਾਈਨ ਕਰਨਾ ਨਾ ਤਾਂ ਫਿਰ ਉਹ ਵਾਈਸ ਪ੍ਰੈਜ਼ੀਡੈਂਟ ਨੂੰ ਕਰੇ, ਜੇ ਵਾਈਸ ਪ੍ਰੈਜ਼ੀਡੈਂਟ ਨੇ ਰਿਜ਼ਾਈਨ ਕਰਨਾ ਤਾਂ ਉਹ ਕਿਹਨੂੰ ਕਰੇ? ਪ੍ਰੈਜ਼ੀਡੈਂਟ ਨੂੰ ਕਰੇ। ਇਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਰਿਜ਼ਾਈਨ ਕਰਦੇ ਨੇ। ਚਲੋ ਨੈਕਸਟ ਆਪਣੇ ਕੋਲ ਆ ਗਿਆ ਵਟ ਇਜ਼ ਦੀ ਮੈਕਸਿਮਮ ਗੈਪ ਇਨ ਮੰਥਸ ਬਿਟਵੀਨ 2 ਸੈਸ਼ਨਸ ਆਫ ਸਟੇਟ ਲੈਜਿਸਲੇਚਰ। ਦੇਖੋ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਗਿਆ ਕਿ 6 ਮੰਥਸ ਦਾ ਜਿਹੜਾ ਗੈਪ ਹੈ ਮੈਕਸਿਮਮ ਪੈ ਸਕਦਾ ਹੈ, ਮਤਲਬ ਕਿ ਸਾਲ ਦੇ ਵਿੱਚ 2 ਸੈਸ਼ਨਸ ਹੋਣੇ ਲਾਜ਼ਮੀ ਨੇ, ਮੈਂਡੇਟਰੀ ਨੇ ਕਨਸਟੀਟਿਊਸ਼ਨ ਵੱਲੋਂ। ਨੈਕਸਟ ਆਪਣੇ ਕੋਲ ਆ ਗਿਆ ਐਗਜ਼ੀਕਿਊਟਿਵ ਪਾਵਰ ਆਫ ਸਟੇਟ ਇਜ਼ ਵੈਸਟਡ ਇਨ, ਇਹ ਕੱਲ ਵੀ ਆਪਣੇ ਕੋਲ ਆ ਗਿਆ ਸੀ ਕੁਐਸਚਨ, ਇਹਦਾ ਆਨਸਰ ਹੈ ਗਵਰਨਰ। ਨੈਕਸਟ ਆਪਣੇ ਕੋਲ ਆ ਗਿਆ ਵਰਡ ਅਮੈਂਡਮੈਂਟ ਇਨ ਇੰਡੀਅਨ ਕਨਸਟੀਟਿਊਸ਼ਨ ਇਜ਼ ਰਿਲੇਟਿਡ ਟੂ। ਹੁਣ ਦੇਖੋ ਅਮੈਂਡਮੈਂਟ ਦਾ ਜਿਹੜਾ ਆਪਣੇ ਕੋਲ ਆਰਟੀਕਲ ਹੈ ਆਰਟੀਕਲ ਨੰਬਰ 368। ਹੁਣ ਇਹ ਆਰਟੀਕਲ ਦੇ ਵਿੱਚ ਇਹ ਪ੍ਰੀਐਂਬਲ ਨਾਲ ਤਾਂ ਨਹੀਂ ਰਿਲੇਟਿਡ, ਨੋ। ਇੰਟਰੋਡਕਸ਼ਨ ਦੇ ਨਾਲ ਤਾਂ ਨਹੀਂ ਰਿਲੇਟਿਡ, ਨੋ। ਡੈਕਲੇਰੇਸ਼ਨ ਆਫ ਰਿਪਬਲਿਕ ਡੇ ਨਾਲ ਤਾਂ ਨਹੀਂ ਰਿਲੇਟਿਡ। ਇਹਨੂੰ ਐਨ ਐਡੀਸ਼ਨ ਵੀ ਕਹਿ ਸਕਦੇ ਹਾਂ ਆਪਾਂ, ਕੋਈ ਚੇਂਜ ਵੀ ਐਡੀਸ਼ਨ ਦੇ ਨਾਲ ਆਪਾਂ ਇਹਨੂੰ ਕੁਛ ਚੇਂਜ ਵੀ ਕਹਿ ਸਕਦੇ ਹਾਂ ਓਰੀਜਨਲ ਕਨਸਟੀਟਿਊਸ਼ਨ ਦੇ ਵਿੱਚ, ਕੁਛ ਡਿਲੀਸ਼ਨ ਵੀ ਕਹਿ ਸਕਦੇ ਹਾਂ ਆਪਾਂ ਅਮੈਂਡਮੈਂਟ ਨੂੰ।
ਤਾਂ ਆਪਣੇ ਕੋਲ ਫਿਲਹਾਲ ਲਈ ਆਨਸਰ ਇਹ ਐਡੀਸ਼ਨ ਉਰੇ ਰੈਲੇਵੈਂਟ ਬਣ ਰਿਹਾ। ਨੈਕਸਟ ਕੁਐਸਚਨ ਆ ਜਾਓ। ਨੈਕਸਟ ਕੁਐਸਚਨ ਕਹਿੰਦੇ ਆ ਵਟ ਇਜ਼ ਦੀ ਰਿਟਾਇਰਮੈਂਟ ਏਜ ਆਫ ਸੁਪਰੀਮ ਕੋਰਟ ਜੱਜ। ਦੇਖੋ ਸੁਪਰੀਮ ਕੋਰਟ ਜੱਜ ਦੀ ਜਿਹੜੀ ਰਿਟਾਇਰਮੈਂਟ ਏਜ ਹੁੰਦੀ ਆ ਉਹ ਹੁੰਦੀ ਹੈ 65 ਈਅਰਸ। ਨੈਕਸਟ ਚਲੋ। ਨੈਕਸਟ ਆਪਣੇ ਕੋਲ ਆ ਗਿਆ ਐਡਮਿਨਿਸਟ੍ਰੇਟਿਵ ਸਟਰਕਚਰ ਆਫ ਸਟੇਟ ਗਵਰਨਮੈਂਟ ਇਨ ਇੰਡੀਆ ਕੰਪਰਾਈਜ਼ਸ ਆਫ। ਹੁਣ ਦੇਖੋ ਸਟੇਟ ਗਵਰਨਮੈਂਟ ਦੇ ਵਿੱਚ ਕੀ ਹੁੰਦਾ, ਗਵਰਨਰ ਹੁੰਦਾ, CM ਤੇ ਉਹਦਾ ਕਾਉਂਸਲ ਆਫ ਮਿਨਿਸਟਰ। ਦੇਖੋ CM ਕਦੇ ਵੀ ਕਾਉਂਸਲ ਆਫ ਮਿਨਿਸਟਰ ਤੋਂ ਅੱਡ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਇਹਦੀ ਜਿਹੜੀ ਥਰਡ ਆਪਸ਼ਨ ਹੈ ਉਹ ਤਾਂ ਹੋ ਗਈ ਹੈ ਗਲਤ, ਤਾਂ ਆਪਾਂ ਇਹਦਾ D ਆਪਸ਼ਨ ਫੁੱਲ ਆਪਸ਼ਨ ਹੈ, ਤਾਂ ਇਹਦਾ ਆਪਾਂ ਆਨਸਰ D ਆਪਸ਼ਨ ਲਗਾਵਾਂਗੇ। ਹੁਣ ਦੇਖੋ ਫਸਟ 2 ਆਪਸ਼ਨਸ ਦੇ ਵਿੱਚ ਤਾਂ ਗਵਰਨਰ ਹੀ ਮਿਸਿੰਗ ਹੈ, ਜਿਹਦੇ ਬਿਨਾਂ ਸਟੇਟ ਜਿਹੜੀ ਹੈ ਅਧੂਰੀ ਹੈ, ਤਾਂ ਇਹ ਆਪਣੇ ਕੋਲ ਆ ਗਿਆ ਗਵਰਨਰ, CM ਤੇ ਕਾਉਂਸਲ ਆਫ ਮਿਨਿਸਟਰਸ। ਨੈਕਸਟ ਕੁਐਸਚਨ ਆਪਾਂ ਨੂੰ ਕਹਿ ਰਹੇ ਨੇ which of the following is not federal feature of Indian constitution। ਹੁਣ ਦੇਖੋ ਫੈਡਰਲ ਫੀਚਰ ਕੀ ਹੁੰਦਾ ਹੈ, ਇੰਡੀਅਨ ਕਨਸਟੀਟਿਊਸ਼ਨ ਦਾ ਥੋੜਾ ਸਿਸਟਮ ਅਲੱਗ ਹੈ। ਵੈਸੇ ਫੈਡਰਲ ਫੀਚਰ ਦਾ ਮੈਂ ਤੁਹਾਨੂੰ ਮਤਲਬ ਦੱਸਦੀ ਹਾਂ। ਫੈਡਰਲ ਫੀਚਰ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਪਾਵਰ ਹੈ ਉਹਨੂੰ ਕੀ ਸੈਂਟਰ ਤੇ ਸਟੇਟ ਦੇ ਵਿੱਚ ਡਿਵਾਈਡ ਕਰ ਦੋ। ਹੁਣ ਆਪਣਾ ਇੰਡੀਅਨ ਕਨਸਟੀਟਿਊਸ਼ਨ ਕੁਆਜ਼ੀ ਫੈਡਰਲ ਸਿਸਟਮ ਹੈ, ਇਹਦੇ ਵਿੱਚ ਸੈਂਟਰ ਤੇ ਸਟੇਟ ਦੇ ਵਿੱਚ ਤਾਂ ਡਿਵਾਈਡ ਕਰਤੀ, ਪਰ ਪੂਰੀ ਤਰ੍ਹਾਂ ਸਟੇਟ ਦੀ ਪਾਵਰ ਨਹੀਂ ਹੈ, ਥੋੜੀ ਕਈ ਜਗ੍ਹਾ ਤੇ ਸੈਂਟਰ ਦੀ ਪਾਵਰ ਜ਼ਿਆਦਾ ਹੈ। ਤਾਂ ਆਪਣੇ ਕੋਲ ਜਿਹੜਾ ਫੈਡਰਲ ਫੀਚਰ ਦੇਖੋ ਡੂਅਲ ਪੋਲਿਟੀ, ਇਹ ਤਾਂ ਆਪਾਂ ਸਹੀ ਕਹਿ ਰਹੇ ਹਾਂ। ਫੈਡਰਲ ਫੀਚਰ ਇਹੀ ਹੈ ਕਿ 2 ਸੈਂਟਰ ਤੇ ਵੀ ਪੋਲਿਟੀ ਹੈ, ਸਟੇਟ ਤੇ ਵੀ ਪੋਲਿਟੀ ਹੈ। ਰਿਟਨ ਕਨਸਟੀਟਿਊਸ਼ਨ ਬਿਲਕੁਲ ਸਹੀ ਹੈ, ਰਿਟਨ ਕਨਸਟੀਟਿਊਸ਼ਨ ਹੋਊਗਾ ਤਾਂ ਹੀ ਤਾਂ ਸੈਂਟਰ ਸਟੇਟ ਨੂੰ ਪਾਵਰਸ ਦੇਊਗੀ। ਜੇ ਰਿਟਨ ਕਨਸਟੀਟਿਊਸ਼ਨ ਹੀ ਨਾ ਹੁੰਦਾ ਤਾਂ ਸੈਂਟਰ ਤਾਂ ਕਹਿੰਦੀ ਕਿ ਸਾਰਾ ਕੁਝ ਸਾਡਾ ਹੀ ਹੈ, ਬਟ ਸਟੇਟ ਨੂੰ ਦਿੱਤਾ ਹੋਇਆ। ਰਿਜਿਡ ਕਨਸਟੀਟਿਊਸ਼ਨ ਬਿਲਕੁਲ ਸਹੀ ਹੈ, ਇਹ ਵੀ ਫੈਡਰਲ ਫੀਚਰ ਹੈ। ਜੇ ਰਿਜਿਡ ਹੁੰਦਾ ਤਾਂ ਹੀ ਸਟੇਟ ਕੋਲ ਪਾਵਰਸ ਨੇ, ਨਹੀਂ ਤਾਂ ਸੈਂਟਰ ਹੌਲੀ ਹੌਲੀ ਕਰਕੇ ਸਾਰੀ ਪਾਵਰਸ ਆਪਣੇ ਅੰਦਰ ਲੈ ਹੀ ਲੈਂਦੀ। ਅਪੁਆਇੰਟਮੈਂਟ ਆਫ ਗਵਰਨਰ, ਇਹ ਕੀ ਹੈ? ਹੁਣ ਦੇਖੋ ਜਿਹੜਾ ਗਵਰਨਰ ਹੈ ਇਹ ਸੈਂਟਰ ਅਪੁਆਇੰਟ ਕਰਦਾ ਸਟੇਟ ਲਈ। ਹੁਣ ਇਹ ਕੀ ਹੈ? ਫੈਡਰਲ ਫੀਚਰ ਦੇ ਖਿਲਾਫ ਹੈ, ਕਿਉਂਕਿ ਆਪਾਂ ਨੇ ਸਟੇਟ ਨੂੰ ਆਟੋਨੋਮੀ ਦੇਣੀ ਸੀਗੀ ਕਿ ਤੁਸੀਂ ਜੋ ਕਰਨਾ ਕਰ ਲਓ, ਪਰ ਇੱਥੇ ਹੁਣ ਕੀ ਕਰਤਾ ਆਪਾਂ ਨੇ, ਸੈਂਟਰ ਨੇ ਅਪੁਆਇੰਟ ਕਰਤਾ ਗਵਰਨਰ ਨੂੰ, ਜੋ ਕਿ ਬਿਲਕੁਲ ਗਲਤ ਹੈ। ਇਸ ਕਰਕੇ ਇਹ ਫੈਡਰਲ ਫੀਚਰ ਦੇ ਖਿਲਾਫ ਹੈ, ਅਪੁਆਇੰਟਮੈਂਟ ਆਫ ਗਵਰਨਰ। ਨੈਕਸਟ ਆਪਣੇ ਕੋਲ ਆ ਗਿਆ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਸੈਸ਼ਨ ਆਫ ਲੋਕ ਸਭਾ। ਹੁਣ ਜਿਹੜੇ ਆਪਣੇ ਪਾਰਲੀਮੈਂਟ ਦੇ ਵਿੱਚ ਟੋਟਲ 3 ਸੈਸ਼ਨਸ ਹੁੰਦੇ ਨੇ। ਇੱਕ ਹੁੰਦਾ ਵਿੰਟਰ ਸੈਸ਼ਨ, ਇੱਕ ਹੁੰਦਾ ਬਜਟ ਸੈਸ਼ਨ, ਇੱਕ ਹੁੰਦਾ ਆਪਣਾ ਮੌਨਸੂਨ ਸੈਸ਼ਨ। ਸਮਰ ਸੈਸ਼ਨ ਇਜ਼ ਕੁਐਸਚਨ ਦਾ ਆਨਸਰ ਹੈ। ਹੁਣ ਐਟ ਪ੍ਰੈਜ਼ੈਂਟ ਮਈ ਤੱਕ ਬਜਟ ਸੈਸ਼ਨ ਚੱਲ ਰਿਹਾ, ਤੇ ਮੌਨਸੂਨ ਸੈਸ਼ਨ ਆਪਾਂ ਨੂੰ ਪਤਾ ਹੀ ਜੁਲਾਈ ਟੂ ਸੈਪਟੈਂਬਰ ਚੱਲਦਾ ਹੈ। ਵਿੰਟਰ ਸੈਸ਼ਨ ਨਵੰਬਰ ਟੂ ਦਸੰਬਰ ਚੱਲਦਾ ਹੈ। ਨੈਕਸਟ ਆਪਣੇ ਕੋਲ ਆ ਗਿਆ ਦ ਸਪੀਕਰ ਆਫ ਲੋਕ ਸਭਾ ਕੈਨ ਰਿਜ਼ਾਈਨ ਹਿਜ਼ ਆਫਿਸ ਬਾਈ ਐਡਰੈਸਿੰਗ ਹਿਜ਼ ਰੈਜ਼ਿਗਨੇਸ਼ਨ ਟੂ। ਹੁਣ ਦੇਖੋ ਜਿਹੜਾ ਸਪੀਕਰ ਹੈ ਲੋਕ ਸਭਾ ਦਾ, ਉਹ ਆਪਣੀ ਰੈਜ਼ਿਗਨੇਸ਼ਨ ਕਿਹਨੂੰ ਦਿੰਦਾ ਹੈ? ਡਿਪਟੀ ਸਪੀਕਰ ਆਫ ਲੋਕ ਸਭਾ ਨੂੰ ਦਿੰਦਾ ਹੈ। ਆਪਣੀ ਰੈਜ਼ਿਗਨੇਸ਼ਨ ਬੇਸਿਕਲੀ ਡਿਪਟੀ ਸਪੀਕਰ ਆਫ ਲੋਕ ਸਭਾ ਨੂੰ ਦੇ ਸਕਦੇ ਆ। ਓਕੇ, ਨੈਕਸਟ ਆਪਣੇ ਕੋਲ ਆ ਗਿਆ ਵਿਚ ਆਫ ਦੀ ਫੋਲੋਇੰਗ ਆਰਟੀਕਲਸ ਆਫ ਕਨਸਟੀਟਿਊਸ਼ਨ ਆਫ ਇੰਡੀਆ ਡੀਲਸ ਵਿਦ ਫੰਡਾਮੈਂਟਲ ਡਿਊਟੀਜ਼। ਹੁਣ ਦੇਖੋ ਜਿਹੜਾ ਫੰਡਾਮੈਂਟਲ ਡਿਊਟੀਜ਼ ਹੈ ਇਹ ਆਪਣਾ ਬਾਅਦ ਵਿੱਚ ਐਡ ਹੋਇਆ ਬਾਈ 42nd ਕਨਸਟੀਟਿਊਸ਼ਨਲ ਅਮੈਂਡਮੈਂਟ, ਹਨਾ। 42nd ਕਨਸਟੀਟਿਊਸ਼ਨਲ ਅਮੈਂਡਮੈਂਟ ਨੂੰ ਬੇਸਿਕਲੀ ਮਿਨੀ ਕਨਸਟੀਟਿਊਸ਼ਨ ਵੀ ਕਹਿੰਦੇ ਆ ਆਪਾਂ। ਕਿਉਂ ਮਿਨੀ ਕਨਸਟੀਟਿਊਸ਼ਨ ਕਿਉਂ ਕਹਿੰਦੇ ਆ ਬਈ ਆਪਾਂ? ਕਿਉਂਕਿ ਇਹਦੇ ਵਿੱਚ ਕਾਫੀ ਕੁਛ ਐਡ ਕੀਤਾ ਗਿਆ। ਮਿਨੀ ਕਨਸਟੀਟਿਊਸ਼ਨ ਇਹਨੂੰ ਤਾਂ ਕਿਹਾ ਜਾਂਦਾ, ਤੇ ਇਹਦੇ ਵਿੱਚ ਆਰਟੀਕਲ ਐਡ ਹੋਇਆ 51A। ਨੈਕਸਟ ਆਪਾਂ ਨੂੰ ਚੱਲਦੇ ਆ। ਨੈਕਸਟ ਆਪਣੇ ਕੋਲ ਆ ਗਿਆ ਰਾਈਟ ਟੂ ਫਰੀडम ਇਜ਼ ਗਰੰਟਿਡ ਇਨ ਵਿਚ ਆਫ ਦੀ ਫੋਲੋਇੰਗ ਆਰਟੀਕਲਸ। ਰਾਈਟ ਟੂ ਫਰੀडम ਇਹ ਕੁਛ 6 ਰਾਈਟਸ ਨੇ ਜਿਹੜੀਆਂ ਕਿ ਆਰਟੀਕਲ 19 ਦੇ ਵਿੱਚ ਜਿਹੜੀਆਂ ਆਪਾਂ ਨੂੰ ਦਿੱਤੀਆਂ ਜਾਂਦੀਆਂ, ਜਿਵੇਂ ਕਿ ਰਾਈਟ ਟੂ ਸਪੀਚ, ਐਕਸਪ੍ਰੈਸ਼ਨ, ਅਸੈਂਬਲੀ, ਪ੍ਰੋਫੈਸ਼ਨ, ਹੋਰ ਵੀ 2-3 ਕੁਝ ਰਾਈਟ ਟੂ ਰੈਜ਼ੀਡੈਂਸ, ਕੁਛ ਇਹ ਜਿਹੀਆਂ ਰਾਈਟਸ ਨੇ ਜਿਹੜੀਆਂ ਕਿ ਆਪਣੀਆਂ ਆਰਟੀਕਲ 19 ਦੇ ਵਿੱਚ ਡਿਫਾਈਨ ਨੇ। ਹੁਣ ਆਰਟੀਕਲ ਜਿਹੜਾ 17 ਹੈ ਜਿਹੜਾ ਇਹ ਆਪਾਂ ਨੂੰ ਕੀ ਕਰਦਾ, ਕਹਿੰਦਾ ਕਿ ਅਨਟੱਚੇਬਿਲਿਟੀ ਨਹੀਂ ਹੋਣੀ ਚਾਹੀਦੀ। ਆਰਟੀਕਲ 22 ਕੀ ਹੈ, ਇਹ ਜਿਹੜਾ ਆਪਾਂ ਨੂੰ ਅਰੈਸਟ ਦੇ ਟਾਈਮ ਥੋੜੀ ਪ੍ਰੋਟੈਕਸ਼ਨ ਪ੍ਰੋਵਾਈਡ ਕਰਦਾ। ਆਰਟੀਕਲ 20 ਜਦੋਂ ਅਰੈਸਟ ਤੋਂ ਬਾਅਦ ਬੰਦੇ ਤੇ ਕੇਸ ਚੱਲ ਰਿਹਾ ਤੇ ਜੱਜ ਨੇ ਆਪਣੀ ਕਨਵਿਕਸ਼ਨ ਦੇਣੀ ਹੈ, ਉਦੋਂ ਥੋੜੀ ਜਿਹੀ ਕੀ ਕਰਦਾ, ਸਿਕਿਉਰਿਟੀ ਪ੍ਰੋਵਾਈਡ ਕਰਦਾ। ਥੈਂਕ ਯੂ ਜੀ, ਅੱਜ ਦਾ ਸੈਸ਼ਨ ਇੰਨਾ ਹੀ ਸੀਗਾ, ਬਾਕੀ ਆਪਾਂ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਓਕੇ, ਥੈਂਕ ਯੂ।